सब्सक्राइब करें नेशनल बस और साथ ही दबाएं बेल आइकन। ये डिटेल पहली बारी बाहर आई है। KIP ਸਿੰਘ ਉੱਥੇ ਬੈਠਾ ਹੋਇਆ ਸੀ, ਠੀਕ ਹੈ, ਨਾਲ ਬਲਦੇਵ ਸਿੰਘ ਸੈਣੀ ਵੀ ਸੀ। ਇਹਨਾਂ ਨੂੰ ਕਿਉਂ ਨਹੀਂ ਨਾਮਜ਼ਦ ਕੀਤਾ ਗਿਆ? ਕੋਰਟ ਨੇ ਆਰਡਰ ਕੀਤਾ ਹੈ ਕਿ 302 ਇਸ ਕੇਸ ਦੇ ਵਿੱਚ ਐਡ ਕਰ ਦਿੱਤੀ ਜਾਵੇ ਤੇ ਇਹਦੀ ਅਰੈਸਟ ਤੁਸੀਂ ਕਦ ਤੱਕ ਉਮੀਦ ਕਰ ਰਹੇ ਹੋ ਵੀ ਕਦ ਤੱਕ ਅਰੈਸਟ ਹੋ ਜਾਏਗੀ ਇਹਦੀ? ਉਹਦੀਆਂ ਚੀਕਾਂ ਸੁਣ ਕੇ ਉਹਨੂੰ ਮਜ਼ਾ ਆਉਣ ਲੱਗ ਗਿਆ ਵੀ ਇਹਦੇ ਹੋਰ ਡੰਡਾ ਦਿਓ। ਜੇ CBI ਕਰ ਰਹੀ ਹੈ ਪ੍ਰੋਸੀਕਿਊਟ ਤੇ CBI ਗਲਤ, ਜੇ ਪੰਜਾਬ ਪੁਲਿਸ ਕਰ ਰਹੀ ਹੈ ਤਾਂ ਪੰਜਾਬ ਪੁਲਿਸ ਗਲਤ। ਇਹਦਾ ਮਤਲਬ ਸਾਰੀ ਦੁਨੀਆ ਗਲਤ ਹੈ, ਸੁਮੇਧ ਸੈਣੀ ਸਹੀ ਹੈ। ਸੁਮੇਧ ਸਿੰਘ ਸੈਣੀ ਬੁਖਲਾ ਗਿਆ ਹੈ। ਮੇਬੀ ਤੁਹਾਡੇ ਦਰਸ਼ਕਾਂ ਦਾ ਪ੍ਰੈਸ਼ਰ ਹੋਵੇ ਕਿ 302 ਐਡ ਹੋਗੀ। ਕਿਤੇ ਨਾ ਕਿਤੇ ਕੋਈ ਕਾਲੀ ਭੇਡ ਹੈਗੀ ਹੈ। ਹਾਂ, ਇਨਫੋਰਮੇਸ਼ਨ ਸੁਮੇਧ ਨੂੰ ਜ਼ਰੂਰ ਜਾ ਰਹੀ ਹੈ, ਜੱਜਾਂ ਨੂੰ ਧਮਕਾਉਂਦਾ ਰਿਹਾ ਹੈ। ਇਹ ਸੁਮੇਧ ਸੈਣੀ ਨੂੰ ਇਹੋ ਜਿਹੇ ਸਟੈਂਡ ਬਦਲਣ ਦੀ ਆਦਤ ਹੈ ਮੌਕੇ ਤੇ ਹੋਰ ਕਿਹੜੇ ਐਸੇ ਹੈਗੇ ਨੇ ਅਫਸਰ ਜਿਨ੍ਹਾਂ ਤੇ 302 ਦਾ ਪਰਚਾ ਹੋਣਾ ਚਾਹੀਦਾ ਹੈ? ਸੋ ਇਹਦੇ ਫਾਦਰ ਨੂੰ ਤੇ ਮਾਸਟਰ ਨੂੰ ਕਸਟਡੀ ਦੇ ਵਿੱਚ ਟਾਰਚਰ ਕਰਕੇ ਐਲੀਮੀਨੇਟ ਕੀਤਾ ਸੀ। ਕੁਝ ਲੋਕਾਂ ਨੇ ਹੋਰ ਅੱਗੇ ਆ ਕੇ ਦੱਸਿਆ ਕਿ ਉਹਨਾਂ ਕੋਲ ਸੁਮੇਧ ਸਿੰਘ ਸੈਣੀ ਨੇ ਕਿਹਾ ਸੀ ਕਿ ਜਿਵੇਂ ਮੈਂ ਮੁਲਤਾਨੀ ਨੂੰ ਮਾਰਿਆ ਮੈਂ ਤੁਹਾਨੂੰ ਵੀ ਮਾਰ ਦਿਆਂਗਾ। ਤਫਤੀਸ਼ ਤੋਂ ਹੀ ਉਹ ਭੱਜਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਤਫਤੀਸ਼ ਹੋਊਗੀ ਉਹਦੇ ਖਿਲਾਫ ਜਿਹੜੀ ਸੱਚਾਈ ਹੈ ਉਹ ਬਾਹਰ ਆ ਜਾਊਗੀ। ਕਿਤੇ ਨਾ ਕਿਤੇ ਮੇਬੀ ਉਹਨਾਂ ਨੇ ਇਹਦੀ ਹੈਲਪ ਕੀਤੀ ਹੋਵੇ। ਐਕਸ DGP ਪੰਜਾਬ ਸੁਮੇਧ ਸਿੰਘ ਸੈਣੀ, ਲੱਗਦਾ ਹੈ ਸੁਮੇਧ ਸਿੰਘ ਸੈਣੀ ਦੇ ਬੁਰੇ ਦਿਨ ਹੁਣ ਸ਼ੁਰੂ ਹੋ ਚੁੱਕੇ ਨੇ। ਸੁਮੇਧ ਸਿੰਘ ਸੈਣੀ ਤੇ 302 ਦਾ ਪਰਚਾ ਹੋ ਗਿਆ ਅੱਜ, ਔਰ ਉਹ ਕਦੀ ਵੀ ਗ੍ਰਿਫਤਾਰ ਹੋ ਸਕਦੇ ਨੇ ਔਰ ਜੇਲ੍ਹ ਜਾ ਸਕਦੇ ਨੇ। ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕਈਆਂ ਨੂੰ ਜੇਲ੍ਹ ਭੇਜਿਆ ਹੋਏਗਾ, ਲੇਕਿਨ ਉਹ ਅੱਜ ਜਦੋਂ ਜੇਲ੍ਹ ਜਾਣਗੇ ਤਾਂ ਉਹਨਾਂ ਨੂੰ ਪਤਾ ਚੱਲੇਗਾ ਵੀ ਦੂਸਰੇ ਨੂੰ ਜੇਲ੍ਹ ਭੇਜਣਾ ਤਾਂ ਬਹੁਤ ਸੌਖਾ ਹੈ। ਜਦ ਦੇ ਉਹ ਰਿਟਾਇਰ ਹੋਏ ਨੇ ਉਹਨਾਂ ਨਾਲ ਬਹੁਤ ਸਾਰੇ ਉਹਨਾਂ ਦੇ ਜਿਹੜੇ ਅਫਸਰ ਵੀ ਸੀਨੀਅਰ ਲੋਕੀ ਜਿਹੜੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਸੀ ਉਹਨਾਂ ਦਾ ਸਾਥ ਛੱਡ ਚੁੱਕੇ ਨੇ। ਤੇ ਸਾਡੇ ਨਾਲ ਅੱਜ ਪ੍ਰਦੀਪ ਵਿਰਕ ਨੇ ਜਿਹੜੇ ਕਿ ਮੁਲਤਾਨੀ ਪਰਿਵਾਰ ਦੇ ਐਡਵੋਕੇਟ ਨੇ ਔਰ ਉਹਨਾਂ ਦਾ ਕੇਸ ਲੜ ਰਹੇ ਨੇ। ਪ੍ਰਦੀਪ ਜੀ, ਇਹ 302 ਦੀ ਤੁਸੀਂ ਬਹੁਤ ਦੇਰ ਤੋਂ ਡਿਮਾਂਡ ਵੀ ਕਰ ਰਹੇ ਸੀ ਔਰ ਪਰਿਵਾਰ ਕਹਿ ਰਿਹਾ ਸੀ ਵੀ ਇਸ 'ਤੇ ਬਹੁਤ ਤਸ਼ੱਦਦ ਹੋਈ ਹੈ ਤੇ 302 ਲੱਗਣੀ ਚਾਹੀਦੀ ਹੈ। ਤੁਸੀਂ ਇਹ ਦੱਸੋ ਵੀ ਇਹ 302 ਜਿਹੜੀ ਲਾਈ ਹੈ ਇਹ SIT ਨੇ ਲਾਈ ਹੈ ਜਾਂ ਕੋਰਟ ਨੇ ਲਾਈ ਹੈ? ਦੇਖੋ, 302 ਐਡ ਕਰਨ ਦੀ ਭਾਵੇਂ ਸਾਡੀ ਡਿਮਾਂਡ ਰਹੀ ਹੋਵੇ, 302 ਜਿਹੜਾ ਹੁੰਦਾ ਹੈ ਮਰਡਰ ਦਾ ਸੈਕਸ਼ਨ, ਉਹ ਤਾਂ ਅਸੀਂ ਕਹਿ ਰਹੇ ਸੀ ਬਿਕੋਜ਼ ਬਲਵੰਤ ਸਿੰਘ ਮੁਲਤਾਨੀ ਨੂੰ ਕਸਟਡੀ ਦੇ ਵਿੱਚ ਟਾਰਚਰ ਕਰਕੇ ਮਾਰ ਕੇ ਬੋਡੀ ਡਿਸਪੋਜ਼ ਆਫ ਕਰਾਉਣਾ ਸ਼ੁਰੂ ਤੋਂ ਐਲੀਗੇਸ਼ਨ ਲੱਗ ਰਿਹਾ। ਸੋ ਜਦੋਂ ਹੁਣ ਜਗੀਰ ਸਿੰਘ ਔਰ ਕੁਲਦੀਪ ਸਿੰਘ ਦੋ ਵਾਦਾ ਮਾਫ ਗਵਾਹ ਬਣ ਗਏ ਔਰ ਉਹਨਾਂ ਨੇ ਉਹ ਡਿਟੇਲਸ ਦੇਤੀਆਂ ਕਿ ਕਿਸ ਤਰ੍ਹਾਂ ਕਸਟਡੀ 'ਚ ਇਹਨੂੰ ਟਾਰਚਰ ਕੀਤਾ, ਉਸ ਤੋਂ ਬਾਅਦ ਇਹਦੀ ਬੋਡੀ ਡਿਸਪੋਜ਼ ਆਫ ਕੀਤੀ, ਸੋ ਓਬਵੀਅਸਲੀ ਕੋਈ ਡਾਊਟ ਹੀ ਨਹੀਂ ਬਚਿਆ ਸੀ ਜਿਹਦੇ ਕਰਕੇ 302 ਲੱਗਦੀ। ਸੋ ਹੁਣ ਪ੍ਰੋਸੀਕਿਊਸ਼ਨ ਨੇ ਐਪਲੀਕੇਸ਼ਨ ਮੂਵ ਕੀਤੀ ਹੈ ਜਿਹਦੇ ਤੇ ਅੱਜ ਕੋਰਟ ਨੇ ਆਰਡਰ ਕੀਤਾ ਹੈ ਕਿ 302 ਇਸ ਕੇਸ ਦੇ ਵਿੱਚ ਐਡ ਕਰ ਦਿੱਤੀ ਜਾਵੇ ਔਰ ਸੁਮੇਧ ਸਿੰਘ ਸੈਣੀ ਨੂੰ ਆਲਰੇਡੀ 3 ਦਿਨ ਦਾ ਐਡਵਾਂਸ ਨੋਟਿਸ ਹੈ। ਸੋ ਜੇ SIT ਹੁਣ ਇਹਨੂੰ ਅਰੈਸਟ ਕਰਨਾ ਚਾਹੁੰਦੀ ਹੈ ਸੋ ਉਹਨਾਂ ਨੂੰ ਆਪਣਾ ਉਹ ਐਡਵਾਂਸ ਨੋਟਿਸ ਦੇ ਤਹਿਤ ਸੁਮੇਧ ਸੈਣੀ ਨੂੰ 3 ਦਿਨ ਦਾ ਇੱਕ ਐਡਵਾਂਸ ਨੋਟਿਸ ਸਰਵ ਕਰਨਾ ਪੈਣਾ ਹੈ। ਹੁਣ ਮੈਨੂੰ ਇਹ ਆਈਡੀਆ ਨਹੀਂ ਹੈ ਕਿ ਉਹਨਾਂ ਨੇ ਸਰਵ ਕੀਤਾ ਹੈ ਕਿ ਨਹੀਂ, ਪਰ ਜਿਹੜਾ ਆਰਡਰ ਹੋਇਆ 302 ਦਾ ਇਹ ਕੋਰਟ ਵੱਲੋਂ ਹੋਇਆ। ਲੋਕੀ ਇਹ ਜਾਣਨਾ ਚਾਹੁੰਦੇ ਨੇ ਕਿ ਜਿਹੜਾ ਬਲਵੰਤ ਸਿੰਘ ਮੁਲਤਾਨੀ ਹੈ ਉਸ ਨੂੰ ਤਸ਼ੱਦਦ ਇਸ ਨੇ ਕਿਵੇਂ ਕੀਤੀ ਔਰ ਕਿਸ ਤਰ੍ਹਾਂ ਕਰਕੇ ਉਹਦਾ ਕਤਲ ਕੀਤਾ ਹੈ, ਕਿਉਂਕਿ ਤਸ਼ੱਦਦ ਤਾਂ ਬਹੁਤ ਹੋਈ ਹੈ। ਔਰ ਉਸ ਦਾ ਬਰੀਫ ਦੱਸੋ ਵੀ ਦੋਨਾਂ ਇੰਸਪੈਕਟਰਾਂ ਨੇ ਕੀ ਉਹ ਜਿਹੜੀ ਆਈ ਵਿਟਨੈਸ ਸੀਗੇ ਉਹ ਉਹਨਾਂ ਨੇ ਦੇਖਿਆ, ਉਹਦੇ ਬਾਰੇ ਦੱਸੋ। ਦੇਖੋ, ਜਿੱਥੇ ਤੱਕ ਮੈਂ ਥੋੜੀ ਲੀਗਲ ਪੋਜੀਸ਼ਨ ਕਲੈਰੀਫਾਈ ਕਰਦਾ ਕਿ ਇੱਕ ਵਾਦਾ ਮਾਫ ਗਵਾਹ ਉਸ ਬੰਦੇ ਨੂੰ ਬਣਾਇਆ ਜਾਂਦਾ ਹੈ ਜਿਹੜਾ ਐਕਿਊਜ਼ਡ ਹੁੰਦਾ ਹੈ, ਲੇਕਿਨ ਉਹਨੇ ਮੇਨ ਅਫੈਂਡਰ ਨਹੀਂ ਹੁੰਦਾ ਔਰ ਉਹਨੇ ਕੁਛ ਨਾ ਕੁਛ ਇਹੋ ਜਿਹਾ ਉਹ ਫੁੱਲ ਡਿਸਕਲੋਜ਼ਰ ਕਰਦਾ ਕਿ ਮੈਂ ਆਹ ਕੀਤਾ ਤੇ ਦੂਜਿਆਂ ਨੇ ਆਹ ਕੀਤਾ, ਜਿਸ ਤੋਂ ਉਹ ਚੇਨ ਆਫ ਇਵੈਂਟਸ ਪ੍ਰੂਵ ਹੋ ਜਾਂਦੀ ਹੈ ਕਿ ਆਹ ਚੇਨ ਸੀ, ਇਸੇ ਤਰ੍ਹਾਂ ਕ੍ਰਾਈਮ ਕਮਿਟ ਹੋਇਆ। ਹੁਣ ਇਸ ਕੇਸ ਦੇ ਵਿੱਚ ਜਿਵੇਂ ਕਿ ਜਗੀਰ ਸਿੰਘ ਨੇ ਡਿਟੇਲ ਦਿੱਤੀ, ਮੈਂ ਤੁਹਾਨੂੰ ਉਹ ਸਟੇਟਮੈਂਟ ਦਿਖਾਉਣਾ ਜਿਹੜੀ ਪ੍ਰੋਸੀਕਿਊਸ਼ਨ ਨੇ ਲਾਈ ਹੈ, ਇਹ ਪ੍ਰੈਸ ਦੇ ਵਿੱਚ ਆਈ ਹੈ, ਪ੍ਰੈਸ ਵਾਲਿਆਂ ਤੋਂ ਮੈਂ ਫਿਰ ਲਈ। ਆਹ ਤੁਸੀਂ ਦੇਖੋ, I visited the police station at sector 17 ਜਗੀਰ ਸਿੰਘ ਦੀ ਸਟੇਟਮੈਂਟ ਹੈ। In the late hours of 13/12/1991 I saw that in a room SSP Sumedh Singh Saini was sitting on a chair, मतलब सुमेध सिंह सैनी मौजूद सी, along with Inspector KIP Singh, DSP Baldev Singh Saini, Inspector Prem Malik, SI Satvir Singh. All the above persons were interrogating Baldev Singh Multani in a room. SSP Sumedh Singh Saini instructed to Inspector Prem Malik to shove a wooden danda into the anus of Balwant Singh Multani.
After inserting the wooden danda to some extent into the anus, a kick was given to the other side of danda by Inspector Prem Malik. After that, Balwant Singh Multani was seriously injured and started bleeding, due to which he fell down. Thereafter, I came back on the next day, that is 14/12/1991. I again visited police station at Sector 17 Chandigarh, where I saw that Balwant Singh Multani was lying down, crying in pain. I again came back after 2-3 days. I was called to police station Sector 17 Chandigarh by Sumit Singh Saini, SSP Chandigarh. There Sumit Singh Saini informed me that Balwant Singh Multani had died. ਇਸ ਸਟੇਟਮੈਂਟ ਤੋਂ ਬਾਅਦ ਮੇਰਾ ਇੱਕ ਹੋਰ ਬਹੁਤ ਵੱਡਾ ਸਵਾਲ ਆ ਗਿਆ ਇਹਦੇ ਵਿੱਚ ਕਿ KIP ਸਿੰਘ ਦਾ ਨਾਮ ਆਇਆ ਹੈ। KIP ਸਿੰਘ ਉੱਥੇ ਬੈਠਾ ਹੋਇਆ ਸੀ, ਠੀਕ ਹੈ, ਨਾਲ ਬਲਦੇਵ ਸਿੰਘ ਸੈਣੀ ਵੀ ਸੀ, ਇਹਨਾਂ ਨੂੰ ਕਿਉਂ ਨਹੀਂ ਨਾਮਜ਼ਦ ਕੀਤਾ ਗਿਆ? ਦੇਖੋ, ਇਹਦਾ ਜਵਾਬ ਤਾਂ ਜੀ SIT ਦੇ ਸਕਦੀ ਹੈ ਕਿ ਇਹਨਾਂ ਨੂੰ ਅਜੇ ਤੱਕ ਨਾਮਜ਼ਦ ਕਿਉਂ ਨਹੀਂ ਕੀਤਾ ਔਰ ਉਹ ਕੀ ਅੱਗੇ ਪਲਾਨ ਕਰ ਰਹੇ ਹੈ, ਕਿਸ ਤਰ੍ਹਾਂ ਉਹ ਚੱਲ ਰਿਹਾ, ਇਹਨਾਂ ਚੀਜ਼ਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ, ਬਿਕੋਜ਼ ਮੈਂ ਇੱਕ ਕੰਪਲੇਨੈਂਟ ਦਾ ਲਾਇਰ ਹਾਂ। ਮੇਰੇ ਕੋਲ ਉਹ ਡਿਟੇਲਸ ਨਹੀਂ ਆਉਂਦੀਆਂ ਜਿਹੜੀ ਤਫਤੀਸ਼ ਕਿਸ ਐਂਗਲ ਤੋਂ ਪ੍ਰੋਸੀਡ ਕਰ ਰਹੀ ਹੈ। ਹੁਣ ਮੇਰਾ ਸਵਾਲ ਇਹ ਹੈ ਪ੍ਰਦੀਪ ਜੀ ਕਿ ਜਿਸ ਤਰ੍ਹਾਂ ਹੁਣ ਇਹਨੇ ਸਟੇਟਮੈਂਟ ਦਿੱਤੀ ਹੈ KIP ਸਿੰਘ ਔਰ ਬਲਦੇਵ ਸੈਣੀ ਉੱਥੇ ਸੀਗੇ, ਤੇ ਇਸ ਤੋਂ ਬਾਅਦ ਕਿਆ ਤੁਸੀਂ ਕੋਈ ਐਪਲੀਕੇਸ਼ਨ ਮੂਵ ਕਰੋਗੇ ਵੀ ਇਹਨਾਂ ਨੂੰ ਵੀ ਕੇਸ 'ਚ ਇਨਵੋਲਵ ਕੀਤਾ ਜਾਵੇ? ਮੈਂ ਐਕਸਪਲੇਨ ਕਰਦਾ ਜੀ, ਜਦੋਂ ਤਫਤੀਸ਼ ਚੱਲ ਰਹੀ ਹੁੰਦੀ ਹੈ, ਤਫਤੀਸ਼ ਦੀਆਂ ਡਿਟੇਲਸ ਕਿਤੇ ਨਹੀਂ ਆਉਂਦੀਆਂ। ਕਾਇਦੇ ਨਾਲ ਜੇ ਆਹੀ ਚਲਾਨ ਫਾਈਲ ਹੋ ਗਿਆ ਔਰ ਕੋਈ ਅਕਿਊਜ਼ ਛੱਡ ਤੇ ਉਦੋਂ ਐਪਲੀਕੇਸ਼ਨ ਮੈਂ ਲਾ ਸਕਦਾ ਕਾਨੂੰਨੀ ਤੌਰ ਤੇ ਸਮਨਿੰਗ ਦੀ ਅਕਿਊਜ਼ਡ ਕਿ ਜੀ ਆਹ ਅਕਿਊਜ਼ ਛੱਡ ਦਿੱਤੇ ਗਏ ਹੈ, 319 ਦੇ ਅੰਡਰ ਇਹਨਾਂ ਨੂੰ ਸਮਨ ਕੀਤਾ ਜਾਵੇ। ਪਰ ਇਨਵੈਸਟੀਗੇਸ਼ਨ ਜਦੋਂ ਚੱਲ ਰਹੀ ਹੈ ਉਦੋਂ ਤੱਕ ਨਾ ਮੇਰੇ ਕੋਲ ਉਹ ਡਿਟੇਲ ਹੈ, ਨਾ ਮੈਂ ਕੋਈ ਉਹੋ ਜਿਹੀ ਐਪਲੀਕੇਸ਼ਨ ਲਾ ਸਕਦਾ। ਜੇ ਉਹ ਲਾ ਸਕਦਾ ਹੁੰਦਾ ਤਾਂ ਮੈਂ 302 ਲਵਾਉਣ ਲਈ ਬਹੁਤ ਪਹਿਲਾਂ ਹੀ ਲਾ ਦਿੰਦਾ। ਇਹ ਡਿਲੇ ਹੀ ਤਾਂ ਹੋਈ ਬਿਕੋਜ਼ ਸਾਨੂੰ ਉਹ ਹੱਕ ਹੈ ਨਹੀਂ, ਔਰ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੋ ਰਿਹਾ ਉਹ ਮੈਨੂੰ ਨਹੀਂ ਪਤਾ, ਸੁਮੇਧ ਸੈਣੀ ਨੂੰ ਪਤਾ, ਉਹ ਕੋਰਟ ਦੇ ਵਿੱਚ ਐਪਲੀਕੇਸ਼ਨ ਪਹਿਲਾਂ ਲਾ ਦਿੰਦਾ। ਸੋ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਕੋਈ ਕਾਲੀ ਭੇਡ ਹੈਗੀ ਹੈ ਜਿਹੜੀ ਕਿ ਇਨਫੋਰਮੇਸ਼ਨ ਲੀਕ ਕਰ ਦਿੰਦੀ ਹੈ ਉਹਨੂੰ, ਔਰ ਉਹ ਪਹਿਲਾਂ ਹੀ ਇਸ ਤੋਂ ਪਹਿਲਾਂ ਕਿ SIT ਆਪਣੀ ਰਿਪੋਰਟ ਸਬਮਿਟ ਕਰੇ ਕੋਰਟ 'ਚ, ਇਹ ਪਹਿਲਾਂ ਜਾ ਕੇ ਆਪਣੀ ਕੋਈ ਨਾ ਕੋਈ ਐਪਲੀਕੇਸ਼ਨ ਮੂਵ ਕਰ ਦਿੰਦਾ। ਵੇਖੋ, ਇੱਕ ਇਕੱਲੀ SIT ਦੀ ਗੱਲ ਨਹੀਂ ਹੁੰਦੀ, ਉਹਨਾਂ ਨੇ ਵੀ ਕਿਸੇ ਨਾ ਕਿਸੇ ਨੇ ਟਾਈਪ ਕਰਨਾ ਹੈ, ਕਿਸੇ ਨੇ ਕੋਈ ਪ੍ਰਿੰਟ ਕੱਢਣਾ ਹੈ, ਕਿਸੇ ਨੇ ਫਾਈਲ ਲੈ ਕੇ ਜਾਣੀ ਹੈ। ਸੋ ਟੀਮ ਦੇ ਵਿੱਚ ਬਹੁਤ ਲੋਕ ਹੁੰਦੇ ਹਨ, ਉਹਨਾਂ 'ਚੋਂ ਕਿਹੜਾ ਇਨਸਾਨ ਇਨਫੋਰਮੇਸ਼ਨ ਇਹਨੂੰ ਪਾਸ ਔਨ ਕਰ ਰਿਹਾ ਹੈ ਉਸ ਚੀਜ਼ ਦਾ ਤਾਂ ਮੈਂ ਕੁਝ ਨਹੀਂ ਜਾਣਦਾ, ਪਰ ਹਾਂ ਇਨਫੋਰਮੇਸ਼ਨ ਸੁਮੇਧ ਨੂੰ ਜ਼ਰੂਰ ਜਾ ਰਹੀ ਹੈ ਔਰ ਉਸ ਚੀਜ਼ ਦੇ ਉੱਤੇ ਸ਼ਾਨ ਵੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਕਿ ਦੇਖੋ SIT ਕੀ ਕਰ ਰਹੀ ਹੈ, ਮੇਰੇ ਕੋਲ ਉਹ ਸਾਰੀ ਡਿਟੇਲ ਹੈ। ਪਰ ਉਹਦਾ ਫਰਕ ਨਹੀਂ ਪੈਂਦਾ, ਅਸੀਂ ਰੱਬ ਦੇ ਵਿੱਚ ਵਿਸ਼ਵਾਸ ਰੱਖ ਕੇ ਚੱਲੇ ਸੀ, ਅੱਜ ਅਸੀਂ ਇੱਥੇ ਤੱਕ ਪਹੁੰਚ ਗਏ ਕਿ ਸੁਮੇਧ ਸੈਣੀ ਤੇ 302 ਐਡ ਹੋ ਗਈ ਹੈ। ਸੋ ਅਸੀਂ ਆਪਣੀ ਲੜਾਈ ਤਾਂ ਸੱਚ ਦੇ ਲਈ ਮਤਲਬ ਕੰਟੀਨਿਊ ਕਰਾਂਗੇ ਹੀ, ਲੜਦੇ ਰਵਾਂਗੇ, ਸੁਮੇਧ ਸਿੰਘ ਸੈਣੀ ਨੂੰ ਉਹਦੇ ਅੰਜਾਮ ਤੱਕ ਵੀ ਪਹੁੰਚਾਵਾਂਗੇ। ਤੇ ਸੁਮੇਧ ਸਿੰਘ ਸੈਣੀ ਇਹ ਵੀ ਗੱਲ ਕਹਿ ਰਿਹਾ ਵੀ ਮੇਰਾ ਜਿਹੜਾ ਕੇਸ ਹੈ ਉਹ CBI ਨੂੰ ਟ੍ਰਾਂਸਫਰ ਕਰਤਾ ਜਾਵੇ। ਕਿਆ ਤੁਹਾਨੂੰ ਲੱਗਦਾ ਨਹੀਂ ਵੀ ਇਸ ਵੇਲੇ ਸੁਮੇਧ ਸਿੰਘ ਸੈਣੀ ਬੁਖਲਾ ਗਿਆ ਕਿ ਪਹਿਲਾਂ ਇਹ ਪੰਜਾਬ ਪੁਲਿਸ ਦਾ DGP ਰਿਹਾ ਤੇ ਇੱਕ ਪਾਸੇ ਕਹਿ ਰਿਹਾ ਵੀ ਮੈਨੂੰ SIT ਤੇ ਭਰੋਸਾ ਨਹੀਂ ਹੈ, ਤੇ ਦੂਜੇ ਦਿੱਲੀ ਵਾਲੇ ਕੇਸ 'ਚ ਕਹਿ ਰਿਹਾ ਵੀ ਮੈਨੂੰ CBI ਤੇ ਭਰੋਸਾ ਨਹੀਂ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ? ਗੱਲ ਤੁਹਾਡੀ ਬਿਲਕੁਲ ਠੀਕ ਹੈ। ਸੁਮੇਧ ਸਿੰਘ ਸੈਣੀ ਦਿੱਲੀ CBI ਟ੍ਰਾਇਲ ਭੁਗਤ ਰਿਹਾ ਤੇ ਉੱਥੇ ਕਹਿ ਰਿਹਾ ਹੈ ਕਿ CBI ਨੇ ਮੈਨੂੰ ਝੂਠਾ ਫਸਾਇਆ। ਇੱਥੇ ਪੰਜਾਬ ਪੁਲਿਸ ਜਦੋਂ ਉਹਨੂੰ ਫਸਾਉਂਦੀ ਹੈ ਉਹ ਕਹਿੰਦਾ ਜੀ ਮੈਨੂੰ ਪੰਜਾਬ ਪੁਲਿਸ 'ਤੇ ਫੇਥ ਨਹੀਂ ਹੈ। ਜੇ CBI ਕਰ ਰਹੀ ਹੈ ਪ੍ਰੋਸੀਕਿਊਟ ਤੇ CBI ਗਲਤ, ਜੇ ਪੰਜਾਬ ਪੁਲਿਸ ਕਰ ਰਹੀ ਹੈ ਤਾਂ ਪੰਜਾਬ ਪੁਲਿਸ ਗਲਤ। ਇਹਦਾ ਮਤਲਬ ਸਾਰੀ ਦੁਨੀਆ ਗਲਤ ਹੈ, ਸੁਮੇਧ ਸੈਣੀ ਸਹੀ ਹੈ। ਸੱਚਾਈ ਦੁਨੀਆ ਵੀ ਜਾਣਦੀ ਹੈ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਸੁਮੇਧ ਸੈਣੀ ਗਲਤ ਹੁੰਦਾ ਹਮੇਸ਼ਾ। ਦੂਜੀ ਗੱਲ, ਸੁਮੇਧ ਸਿੰਘ ਸੈਣੀ ਦੀ ਇਹ ਆਦਤ ਹੈ, ਇੱਕ ਪਾਸੇ ਤਾਂ ਉਹ ਜੱਜਾਂ ਨੂੰ ਧਮਕਾਉਂਦਾ ਰਿਹਾ ਹੈ, ਉਹਨਾਂ ਦੇ ਇਲੀਗਲੀ ਫੋਨ ਟੈਪ ਕਰਦਾ ਰਿਹਾ, ਅੱਜ ਉਸੇ ਜੁਡੀਸ਼ਰੀ ਕੋਲ ਜਾ ਕੇ ਉਹ ਕਹਿ ਰਿਹਾ ਹੈ ਜੀ ਦੇਖੋ ਮੇਰੇ ਨਾਲ ਤਾਂ ਧੱਕਾ ਹੋ ਰਿਹਾ, ਆਪਣੇ ਆਪ ਨੂੰ ਇੱਕ ਵਿਕਟਿਮ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ ਉਸੇ ਜੁਡੀਸ਼ਰੀ ਦੇ ਸਾਹਮਣੇ, ਜੋ ਕਿ ਬਿਲਕੁਲ ਗਲਤ ਹੈ, ਫੈਕਟਸ ਦੇ ਉਲਟ ਹੈ। ਜਿਹਨੇ ਜੁਡੀਸ਼ਰੀ ਤੱਕ ਨੂੰ ਨਹੀਂ ਬਖਸ਼ਿਆ, ਉਹੋ ਜਿਹੇ ਬੰਦੇ ਨੂੰ ਅੱਜ ਉਹ ਕਹਿ ਰਿਹਾ ਕਿ ਜੀ CBI ਫੇਅਰ ਹੈ। ਠੀਕ ਹੈ, ਮੰਨ ਲੈਂਦੇ ਹਾਂ CBI ਫੇਅਰ ਹੈ, ਐਫੀਡੇਵਿਟ ਦੇਵੇ, ਮੈਂ ਉਹ ਇਸ ਕੰਪਲੇਨੈਂਟ ਵੱਲੋਂ, ਮੁਲਤਾਨੀ ਫੈਮਿਲੀ ਵੱਲੋਂ ਮੈਂ ਇੱਕ ਇੰਟਰਵੀਨਿੰਗ ਐਪਲੀਕੇਸ਼ਨ ਦਿੱਲੀ ਲਾ ਦਿੰਦਾ ਕਿ ਜੀ ਸੁਮੇਧ ਸੈਣੀ ਕਹਿੰਦਾ ਕਿ CBI ਫੇਅਰ ਹੈ, ਜੋ ਕਹਿੰਦੀ ਹੈ ਸਹੀ ਕਹਿੰਦੀ ਹੈ। ਸੋ ਇਹਦੇ ਖਿਲਾਫ ਜਿਹੜੇ ਐਲੀਗੇਸ਼ਨਸ ਨੂੰ ਐਕਸੈਪਟ ਕਰੋ, ਮੈਂ ਉਸ ਚੀਜ਼ ਲਈ ਤਿਆਰ ਹਾਂ। ਸੁਮੇਧ ਸੈਣੀ ਅੱਜ ਉਹ ਸਟੈਂਡ ਲਵੇ, ਇਹ ਜਿਸ ਮੂਮੈਂਟ ਆ ਕਵਾਂਗੇ ਉਦੋਂ ਕਹੂਗਾ ਨਹੀਂ ਉਹ CBI ਉਦੋਂ ਅਨਫੇਅਰ ਸੀ, ਅੱਜ ਫੇਅਰ ਹੋ ਗਈ। ਇਹ ਸੁਮੇਧ ਸੈਣੀ ਨੂੰ ਇਹੋ ਜਿਹੇ ਸਟੈਂਡ ਬਦਲਣ ਦੀ ਆਦਤ ਹੈ ਮੌਕੇ 'ਤੇ। ਤੇ ਹੋਰ ਕਿਹੜੇ ਐਸੇ ਹੈਗੇ ਨੇ ਅਫਸਰ ਜਿਨ੍ਹਾਂ ਤੇ 302 ਦਾ ਪਰਚਾ ਹੋਣਾ ਚਾਹੀਦਾ ਹੈ? ਦੂਸਰਾ ਮੇਰਾ ਸਵਾਲ ਇਹ ਵੀ ਹੈ ਕਿ ਇਹਨੇ ਬੋਡੀ ਕਿੱਥੇ ਡਿਸਪੋਜ਼ ਆਫ ਕੀਤੀ, ਕਿਹੜੀ ਉਹ ਟੀਮ ਸੀ, ਕਿਹੜੇ ਉਹ ਮੈਂਬਰ ਸੀ ਜਿਨ੍ਹਾਂ ਨੇ ਬੋਡੀ ਨੂੰ ਡਿਸਪੋਜ਼ ਆਫ ਕੀਤਾ? ਦੇਖੋ, ਇਸ ਕੇਸ ਦੇ ਵਿੱਚ ਇੱਕ ਬਹੁਤ ਅਹਿਮ ਗੱਲ ਹੈ, ਨਾ ਇਕੱਲੇ ਸੁਮੇਧ ਸਿੰਘ ਸੈਣੀ ਨੇ, ਤੁਸੀਂ ਕਹਿ ਰਹੇ ਹੋ ਨਾ ਕਿ ਉਹਨੇ ਆਰਡਰ ਦਿੱਤੇ, ਇਸ ਕੇਸ ਦੇ ਵਿੱਚ ਜਿਹੜੇ ਵੀ ਝੂਠੇ ਕਾਗਜ਼ ਤਿਆਰ ਹੁੰਦੇ ਆ ਫਾਈਨਲੀ, ਇਹ ਉਸ ਟੈਰਰਿਜ਼ਮ ਦਾ ਟਾਈਮ ਸੀ ਜਦੋਂ
ਟਾਡਾ ਲੱਗੀ ਹੁੰਦੀ ਸੀ। ਇਸ ਕੇਸ ਦੇ ਵਿੱਚ ਤੁਸੀਂ ਦੇਖੋਗੇ ਓਰੀਜਨਲੀ ਟਾਡਾ ਲਾਈ ਸੀ ਸੁਮੇਧ ਸੈਣੀ ਨੇ ਮੁਲਤਾਨੀ ਦੇ ਉੱਤੇ। ਸੋ ਐਵੀਡੈਂਟਲੀ ਉਸ ਵੇਲੇ ਜੇ ਟਾਡਾ ਲਾਈ ਹੈ, ਕੁਝ ਵੀ ਕੀਤਾ ਹੈ, ਸੋ ਸੁਮੇਧ ਸਿੰਘ ਸੈਣੀ ਐਜ਼ SSP ਫਾਈਲ ਨਾਲ ਡੀਲ ਕਰੂਗਾ, ਉਹਦੀ ਅਪਰੂਵਲ ਹੋਊਗੀ। ਸੋ ਇਟ ਇਜ਼ ਨਾਟ ਕਿ ਸੁਮੇਧ ਸਿੰਘ ਸੈਣੀ ਦਾ ਕੋਈ ਰੋਲ ਨਹੀਂ ਹੈ, ਇਹ ਤਾਂ ਮੇਨ ਅਕਿਊਜ਼ਡ ਹੈ ਹੀ ਹੈ ਔਰ ਇਹਨੇ ਕਰਵਾਇਆ ਹੈ, ਆਪ ਕੀਤਾ ਹੈ, ਉਹਦਾ ਇੰਟੈਗਰਲ ਪਾਰਟ ਆਪ ਵੀ ਹੈ, ਡਾਇਰੈਕਟਲੀ ਵੀ ਔਰ ਇਨਡਾਇਰੈਕਟਲੀ ਵੀ, ਦੋਨੋਂ ਤਰੀਕੇ ਨਾਲ। ਇਸ ਤੋਂ ਇਲਾਵਾ ਦੂਜੇ ਅਫਸਰ ਵੀ ਜਿਹੜੇ ਕੀਤੇ ਆ ਨਾਮਜ਼ਦ, ਉਹ ਵੀ ਹੋਣੇ ਬਣਦੇ ਔਰ 120B ਕ੍ਰਿਮੀਨਲ ਕਨਸਪੀਰੇਸੀ ਦੇ ਤਹਿਤ ਉਹ ਵੀ ਇਕੁਅਲੀ ਲਾਇਬਲ ਨੇ। ਜਿਨ੍ਹਾਂ ਨੇ ਐਕਟ ਕੀਤਾ, ਭਾਵੇਂ ਬੋਡੀ ਡਿਸਪੋਜ਼ ਆਫ ਕੀਤੀ, ਭਾਵੇਂ ਕਸਟੋਡੀਅਲ ਟਾਰਚਰ ਕੀਤਾ, ਲਾਇਬਿਲਿਟੀ ਉਹਨਾਂ ਦੀ ਵੀ ਉਨੀ ਹੀ ਬਣਦੀ ਹੈ। ਤੇ ਜਿਹੜੀ ਇਹ ਜਿਹੜਾ ਸੁਮੇਧ ਸੈਣੀ ਦੇ ਨਾਲ ਹੁਣ ਤੁਸੀਂ ਕਹਿ ਰਹੇ ਹੋ ਵੀ 302 ਹੋ ਗਈ ਹੈ, ਤੇ ਇਹਦੀ ਅਰੈਸਟ ਤੁਸੀਂ ਕਦ ਤੱਕ ਉਮੀਦ ਕਰ ਰਹੇ ਹੋ ਵੀ ਕਦ ਤੱਕ ਅਰੈਸਟ ਹੋ ਜਾਏਗੀ ਇਹਦੀ? ਦੇਖੋ, ਅਰੈਸਟ ਤਾਂ ਸੁਮੇਧ ਸੈਣੀ ਦੀ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ ਇਸ ਕੇਸ 'ਚ, ਉਹਦੇ ਵਿੱਚ ਤਾਂ ਕੋਈ ਦੋ ਰਾਏ ਹੈ ਹੀ ਨਹੀਂ। ਹੁਣ SIT ਨੇ ਉਹਨੂੰ ਕਿਉਂ ਅਰੈਸਟ ਨਹੀਂ ਕੀਤਾ, ਕਿਉਂ ਉਸ ਚੀਜ਼ ਨੂੰ ਪੋਸਟਪੋਨ ਕਰ ਰਹੇ ਹੈ, ਇਸ ਚੀਜ਼ ਦਾ ਤਾਂ ਮੈਂ ਕੋਈ ਜਵਾਬ ਨਹੀਂ ਦੇ ਸਕਦਾ। ਫॉर द ਰੀਜ਼ਨ ਇਨਵੈਸਟੀਗੇਸ਼ਨ ਦੇ ਵਿੱਚ ਸਾਡੀ ਕੋਈ ਇੰਟਰਫੀਅਰੈਂਸ ਹੁੰਦੀ ਨਹੀਂ, ਇਹ ਕਿਉਂ ਡਿਲੇ ਕਰ ਰਹੇ ਹੈ, ਇਹਦਾ ਜਵਾਬ ਇਹੀ ਦੇ ਸਕਦੇ ਹਾਂ। ਤੇ ਹੋਰ ਕਿਹੜੇ ਬੰਦੇ ਇਹਦੇ ਬਲਵੰਤ ਸਿੰਘ ਮੁਲਤਾਨੀ ਨਾਲ ਚੱਕੇ ਸੀ? ਜਿਵੇਂ ਭੁੱਲਰ ਪਰਿਵਾਰ ਦਾ ਵੀ ਇੱਕ ਸ਼ੱਕ ਸੀਗਾ ਤੇ ਹੋਰ ਵੀ ਕਈ ਸੀ, ਉਹ ਕੋਈ ਡਿਟੇਲ ਜੇ ਤੁਹਾਡੇ ਕੋਲ ਹੋਵੇ ਦੱਸੋ ਵੀ ਹੋਰ ਕਿਹੜੇ ਬੰਦੇ ਚੱਕੇ ਨੇ? ਪ੍ਰੋਫੈਸਰ ਭੁੱਲਰ ਦੇ ਫਾਦਰ ਤੇ ਮਾਸੜ ਨੂੰ ਚੁੱਕਿਆ ਸੀ, ਪ੍ਰੋਫੈਸਰ ਭੁੱਲਰ ਦੇ ਮਦਰ ਨੂੰ ਵੀ ਇਨੀਸ਼ੀਅਲੀ ਚੁੱਕਿਆ ਸੀ, ਪਰ ਉਹ ਬਾਅਦ 'ਚ ਬਚ ਕੇ ਨਿਕਲ ਗਏ ਸੀ ਉੱਥੋਂ। ਸੋ ਇਹਦੇ ਫਾਦਰ ਨੂੰ ਤੇ ਮਾਸੜ ਨੂੰ ਕਸਟਡੀ ਦੇ ਵਿੱਚ ਟਾਰਚਰ ਕਰਕੇ ਐਲੀਮੀਨੇਟ ਕੀਤਾ ਸੀ। ਸੋ ਭੁੱਲਰ ਦੀ ਕਜ਼ਨ ਨੇ ਮਿਸਿਸ ਸਰਬਜੀਤ ਕੌਰ, ਉਹਨਾਂ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਹੈ ਕਿਸ ਤਰ੍ਹਾਂ ਉਹਨਾਂ ਦੇ ਫਾਦਰ ਨੂੰ ਚੁੱਕਿਆ ਔਰ ਬਾਅਦ ਦੇ ਵਿੱਚ ਐਲੀਮੀਨੇਟ ਕੀਤਾ। ਉਹਨਾਂ ਦੇ ਬ੍ਰਦਰ ਨੇ ਵੀ ਕਰਵਾਏ ਹੈ। ਸੋ ਉਹ ਡਿਟੇਲਸ ਵੀ ਆਈਆਂ, ਉਹ ਵੀ ਇਸ ਤਫਤੀਸ਼ ਦਾ ਹੀ ਹਿੱਸਾ ਹੈ। ਕੁਝ ਲੋਕਾਂ ਨੇ ਹੋਰ ਅੱਗੇ ਆ ਕੇ ਦੱਸਿਆ ਕਿ ਉਹਨਾਂ ਕੋਲ ਸੁਮੇਧ ਸਿੰਘ ਸੈਣੀ ਨੇ ਕਿਹਾ ਸੀ ਕਿ ਜਿਵੇਂ ਮੈਂ ਮੁਲਤਾਨੀ ਨੂੰ ਮਾਰਿਆ ਮੈਂ ਤੁਹਾਨੂੰ ਵੀ ਮਾਰ ਦਿਆਂਗਾ। ਉਹਨਾਂ ਨੇ ਵੀ ਆਪਣੇ ਬੰਦਿਆਂ ਨੇ ਬਿਆਨ ਦਰਜ ਕਰਵਾਏ ਹੈ। ਜਿਸ ਤਰ੍ਹਾਂ ਮੁਲਤਾਨੀ ਨੂੰ ਟਾਰਚਰ ਕੀਤਾ, ਕਿਆ ਉਸੇ ਤਰ੍ਹਾਂ ਭੁੱਲਰ ਨੂੰ ਵੀ ਟਾਰਚਰ ਕੀਤਾ? ਇਹ ਵੀ ਸਾਹਮਣੇ ਆਇਆ ਵੀ ਉਸ ਨੂੰ ਕਿਵੇਂ ਟਾਰਚਰ ਕਰਕੇ ਮਾਰਿਆ? ਉਹ ਡਿਟੇਲ ਅਜੇ ਨਹੀਂ ਆਈ ਸਾਹਮਣੇ, ਪਰ ਟਾਰਚਰ ਕਰਕੇ ਐਲੀਮੀਨੇਟ ਕੀਤਾ ਇਹ ਫੈਕਟ ਸ਼ੁਰੂ ਤੋਂ ਬਾਹਰ ਆ ਰਿਹਾ। ਬਿਕੋਜ਼ CBI ਨੇ ਵੀ ਐਫੀਡੇਵਿਟ ਜਿਹੜਾ ਫਾਈਲ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ, ਉਹਦੇ ਵਿੱਚ ਵੀ ਇਹ ਕਿਹਾ ਸੀ ਕਿ 70 ਵਿਟਨੈਸ ਅਸੀਂ ਇਸ ਕੇਸ 'ਚ ਐਗਜ਼ਾਮਿਨ ਕੀਤੇ ਆ। ਹੁਣ ਇੱਕ ਵੈਸੇ ਹੀ ਮੈਂ ਤੁਹਾਡੇ ਪੁਰਾਣੇ ਕੁਐਸਚਨ ਦਾ ਵੀ ਇੱਥੇ ਇੱਕ ਜਵਾਬ ਦੇਵਾਂਗਾ। ਜੇ ਸੁਮੇਧ ਸੈਣੀ ਕਹਿ ਰਿਹਾ CBI ਤਫਤੀਸ਼ ਕਰ ਲਵੇ, ਤਾਂ ਪਹਿਲਾਂ ਵੀ ਤਾਂ CBI ਨੇ ਕੀਤੀ ਸੀ ਤਫਤੀਸ਼, ਉਹਨਾਂ ਨੇ ਵੀ ਤਾਂ ਪਰਚਾ ਸੁਮੇਧ ਸੈਣੀ ਤੇ ਹੀ ਦਿੱਤਾ ਸੀ। ਸੋ ਜੇ ਸੁਮੇਧ ਸਿੰਘ ਸੈਣੀ ਕਹਿੰਦਾ CBI ਸਹੀ ਹੈ, ਤਾਂ ਉਦੋਂ ਸੁਪਰੀਮ ਕੋਰਟ ਕਿਉਂ ਗਿਆ ਸੀ? ਉਦੋਂ ਐਕਸੈਪਟ ਕਰ ਲੈਂਦਾ ਤੇ ਤਫਤੀਸ਼ ਹੋ ਲੈਣ ਦਿੰਦਾ। ਤਫਤੀਸ਼ ਤੋਂ ਹੀ ਉਹ ਭੱਜਦਾ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਤਫਤੀਸ਼ ਹੋਊਗੀ ਉਹਦੇ ਖਿਲਾਫ ਜਿਹੜੀ ਸੱਚਾਈ ਉਹ ਬਾਹਰ ਆ ਜਾਊਗੀ। ਨਹੀਂ ਵਿਰਕ ਸਾਹਿਬ, ਮੇਰਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਜਗੀਰ ਨੇ ਦੱਸਿਆ ਵੀ ਮੁਲਤਾਨੀ ਨੂੰ ਟਾਰਚਰ ਕੀਤਾ ਹੈ, ਉਹ ਜੀ ਡਿਟੇਲ, ਠੀਕ ਹੈ, ਤੇ ਉਸ ਬਾਰੇ ਕਿਸੇ ਹੋਰ ਨੂੰ ਵੀ ਇਹਨੇ ਜਿਹੜਾ ਚੱਕਿਆ ਵੀ ਹੋਰ ਇਹਨਾਂ ਨੇ ਦੇਖਿਆ ਵੀ, ਕਿਉਂਕਿ ਡਿਊਟੀ ਤੇ ਤਾਂ ਇਹੀ ਲੋਕੀ ਹੋਣਗੇ ਉਸ ਵੇਲੇ? ਜੀ ਨਹੀਂ, ਉਹੋ ਜੀ ਕੋਈ ਡਿਟੇਲ ਨਹੀਂ ਆਈ ਕਿ ਕਿਸੇ ਹੋਰ ਨੂੰ ਕਿਸ ਤਰ੍ਹਾਂ ਟਾਰਚਰ ਕੀਤਾ। ਉਹ ਵੀ ਇਹ ਡਿਟੇਲ ਪਹਿਲੀ ਵਾਰੀ ਬਾਹਰ ਆਈ ਹੈ ਬਿਕੋਜ਼ ਜਗੀਰ ਨੇ ਆ ਕੇ ਮੁਲਤਾਨੀ ਨੂੰ ਆਏ ਹੁੰਦਿਆਂ ਦੇਖਿਆ ਸੀ, ਤਾਂ ਹੀ ਜਗੀਰ ਨੇ ਆ ਡਿਟੇਲ ਦਿੱਤੀ ਕਿ ਮੇਰੇ ਸਾਹਮਣੇ ਆ ਚੀਜ਼ਾਂ ਹੋਈਆਂ। ਕੁਲਦੀਪ ਨੇ ਡਿਟੇਲ ਦਿੱਤੀ ਕਿ ਉਹਨੇ ਕੀ ਝੂਠੇ ਕਾਗਜ਼ ਤਿਆਰ ਕੀਤੇ ਸੀ ਉਹਨਾਂ ਔਰ ਇਲੀਗਲ ਡਿਟੈਂਸ਼ਨ ਦਾ। ਉਹ ਡਿਟੇਲ ਤੋਂ ਬਾਅਦ ਹੀ ਇਹਨਾਂ ਨੂੰ ਵਾਦਾ ਮਾਫ ਗਵਾਹ ਬਣਾਇਆ ਗਿਆ। ਵਿਰਕ ਸਾਹਿਬ, ਜਿਹੜਾ CBI ਦਾ ਰਿਕਾਰਡ ਹੈ, ਜਿਹੜਾ CBI ਬਾਰ-ਬਾਰ ਕਹਿ ਰਹੀ ਹੈ ਜੀ ਸਾਡੇ ਕੋਲੋਂ ਗੁੰਮ ਹੋ ਗਿਆ ਰਿਕਾਰਡ ਔਰ ਅਸੀਂ ਪੇਸ਼ ਨਹੀਂ ਕਰ ਪਾ ਰਹੇ ਹਾਂ, ਤਾਂ ਤੁਹਾਨੂੰ ਕੀ ਲੱਗਦਾ ਵੀ ਉਹ ਰਿਕਾਰਡ ਜਾਣ ਬੁੱਝ ਕੇ ਦਿੱਤਾ ਨਹੀਂ ਜਾ ਰਿਹਾ ਜਾਂ ਉਹ ਸੱਚੀ ਮੁੱਚੀ ਇਹਨਾਂ ਕੋਲੋਂ ਮਿਸਪਲੇਸ ਹੋ ਗਿਆ? ਦੇਖੋ, ਇੱਕ ਹਿੱਸਾ ਉਹ ਰਿਕਾਰਡ ਦਾ ਕਹਿ ਰਿਹਾ ਸੀ ਵੀਡ ਆਊਟ ਕਰਤਾ ਕਿ 5 ਸਾਲ ਬੀਤ ਗਏ। ਜਦੋਂ ਉਹਨਾਂ ਨੂੰ ਇਸ ਪੁਆਇੰਟ ਤੇ ਕਨਫਰੰਟ ਕੀਤਾ ਕਿ ਆਹ ਰਿਕਾਰਡ ਤਾਂ ਤੁਹਾਨੂੰ ਮਿਲਿਆ ਹੀ 4 ਸਾਲ ਪਹਿਲਾਂ ਜਾਂ 3.5 ਸਾਲ ਪਹਿਲਾਂ, ਉਸ ਚੀਜ਼ ਤੇ ਨਾ ਉਹ ਐਡਮਿਟ ਕਰ ਰਹੇ ਹੈ ਨਾ ਉਹ ਡਿਨਾਈ ਕਰ ਰਹੇ ਹੈ ਕਿ ਉਹਨਾਂ ਕੋਲ ਰਿਕਾਰਡ ਹੈ। ਇਹ ਕੋਰਟ ਨੇ ਆਪਣੇ ਆਰਡਰ 'ਚ ਵੀ ਲਿਖਿਆ ਕਿ ਤੁਸੀਂ ਨਾ ਹਾਂ ਕਹਿ ਰਹੇ ਹੋ ਨਾ ਕਹਿ ਰਹੇ ਹੋ। ਸੋ ਐਵੀਡੈਂਟ ਗੱਲ ਹੈ ਕਿਤੇ ਨਾ ਕਿਤੇ ਸੁਮੇਧ ਸੈਣੀ ਦੀ ਹੈਲਪ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਪਰ ਕਰ ਲੈਣ, ਜੋ ਕਰਨਾ ਚਾਹੁੰਦੇ ਦੇ ਆਰ ਮੋਸਟ ਵੈਲਕਮ, ਕਿਉਂਕਿ ਇੱਥੇ ਤਫਤੀਸ਼ ਦੇ ਵਿੱਚ 302 ਐਡ ਹੋ ਗਈ ਹੈ। CBI ਹੁਣ ਆਪਣੇ ਰਿਪਲਾਈ 'ਚ ਰਿਕਾਰਡ ਨਾ ਵੀ ਦੇਵੇ, ਜਿਹੜਾ ਮਿਸਿੰਗ ਰਿਕਾਰਡ ਸੀ ਜਾਂ ਜਿਹੜੀ ਮਿਸਿੰਗ ਚੇਨ ਆਫ ਇਵੈਂਟਸ ਸੀ ਉਹ ਹੁਣ ਪ੍ਰੂਵ ਹੋ ਰਹੀ ਹੈ। ਨਹੀਂ, ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਕਿ CBI ਕੋਈ ਵੀ ਚੀਜ਼ ਜਿਵੇਂ ਡਿਸਪੋਜ਼ ਆਫ ਕਰਦੀ ਹੈ, ਆਪਣਾ ਰਿਕਾਰਡ ਕਰਦੀ ਹੈ, ਉਹਦਾ ਇੱਕ ਉਹਨਾਂ ਕੋਲ ਰਿਕਾਰਡ ਹੁੰਦਾ ਵੀ ਅਸੀਂ ਫਲਾਨਾ ਰਿਕਾਰਡ ਡਿਸਪੋਜ਼ ਆਫ ਕਰਤਾ, ਫਲਾਨੇ ਕੇਸ ਦਾ ਡਿਸਪੋਜ਼ ਆਫ ਕਰਤਾ। ਕਿਆ ਉਹ ਵੀ ਇਹਨਾਂ ਨੇ ਪੇਸ਼ ਕੀਤਾ ਕੋਰਟ ਦੇ ਵਿੱਚ ਵੀ ਆਹ ਦੇਖੋ ਜੀ ਅਸੀਂ ਇਹ ਰਿਕਾਰਡ ਮੇਨਟੇਨ ਕੀਤਾ? ਨਹੀਂ, ਉਹੋ ਜਿਹਾ ਉਹਨਾਂ ਨੇ ਕੋਈ ਰਿਕਾਰਡ ਨਹੀਂ ਪ੍ਰੋਡਿਊਸ ਕੀਤਾ। ਹੋ ਸਕਦਾ ਇਸ ਕੇਸ ਦਾ ਉਹਨਾਂ ਨੇ ਵੀਡ ਆਊਟ ਨਾ ਵੀ ਕੀਤਾ ਹੋਵੇ ਕਿਉਂਕਿ ਇਹਦੇ ਵਿੱਚ ਉਹ ਲਿਬਰਟੀ ਫੈਮਿਲੀ ਨੂੰ ਦੇ ਰੱਖੀ ਸੀ। ਦੂਜੀ ਗੱਲ, ਜੇ CBI ਫੇਅਰ ਇਨਵੈਸਟੀਗੇਸ਼ਨ ਕਰਨਾ ਚਾਹੁੰਦੀ ਤਾਂ ਮੇਰੇ ਖਿਆਲ ਨਾਲ ਤਾਂ ਉਹਨਾਂ ਨੂੰ ਫੈਮਿਲੀ ਨੂੰ ਆਪ ਜਾ ਕੇ ਪੁੱਛਣਾ ਚਾਹੀਦਾ ਸੀ ਜੀ ਤੁਸੀਂ ਕੰਪਲੇਂਟ ਦੇਣੀ ਚਾਹੁੰਦੇ ਹੋ ਐਜ਼ ਪਰ ਲਿਬਰਟੀ ਬਾਏ ਦਾ ਕੋਰਟ। ਜੇ ਉਹ ਫੈਮਿਲੀ ਅੱਗੇ ਹਾਂ ਕਰਦੀ ਤਾਂ ਇਹਨਾਂ ਨੂੰ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਸੀ ਜੋ ਇੱਕ ਫੇਅਰ ਇਨਵੈਸਟੀਗੇਟਿਵ ਏਜੰਸੀ ਕਰਦੀ। ਉਹਨਾਂ ਨੇ ਨਹੀਂ ਕੀਤਾ, ਚਲੋ ਉਹਨਾਂ ਦੀ ਮਰਜ਼ੀ। ਹੁਣ ਉਹਨਾਂ ਨੇ ਕੁਝ ਵੀ ਵੀਡਿੰਗ ਆਊਟ ਦਾ ਪ੍ਰੂਫ ਨਹੀਂ ਦਿੱਤਾ, ਨਾ ਹੀ ਬਾਕੀ ਚੀਜ਼ਾਂ 'ਤੇ ਕੀਤਾ। ਸੋ ਕਿਤੇ ਨਾ ਕਿਤੇ ਮੇ ਬੀ ਉਹਨਾਂ ਨੇ ਇਹਦੀ ਹੈਲਪ ਕੀਤੀ ਹੋਵੇ
ਪਰ ਜਿਸ ਤਰ੍ਹਾਂ ਤਫਤੀਸ਼ ਹੁਣ ਚੱਲੀ ਹੈ, ਜੋ ਫੈਕਟਸ ਅੱਗੇ ਆਏ ਹੈ, ਜੋ ਅਸੀਂ ਕੋਰਟ ਦੇ ਸਾਹਮਣੇ ਫੈਕਟਸ ਪ੍ਰੈਜ਼ੈਂਟ ਕੀਤੇ ਹੈ, ਉਸ ਤੋਂ ਬਾਅਦ ਮੇਰੇ ਖਿਆਲ ਨਾਲ ਸੁਮੇਧ ਸਿੰਘ ਸੈਣੀ ਦੇ ਖਿਲਾਫ ਕਾਫੀ ਐਵੀਡੈਂਸ ਔਨ ਰਿਕਾਰਡ ਆ ਗਈ ਹੈ, ਜਿਸ ਕਰਕੇ ਹੁਣ 302 ਵੀ ਐਡ ਹੋਈ ਹੈ, ਕਿਉਂਕਿ 302 ਤਾਂ CBI ਨੇ ਵੀ ਨਹੀਂ ਐਡ ਕੀਤੀ ਸੀ। ਕਿਆ ਹੁਣ SIT ਤੇ ਬਹੁਤ ਪ੍ਰੈਸ਼ਰ ਬਣ ਜਾਏਗਾ ਕਿ ਇਹਨੂੰ ਇਸ ਜਿਹੜੀ ਇਨਵੈਸਟੀਗੇਸ਼ਨ ਹੈ ਇਸ ਨੂੰ ਫੇਅਰ ਤਰੀਕੇ ਕੀਤਾ ਜਾਏ, ਕਿਉਂਕਿ ਜਦ ਕੋਰਟ ਨੇ 302 ਐਡ ਕਰਤੀ ਹੈ ਤੇ ਹੁਣ ਉਹਨਾਂ ਵਾਸਤੇ ਮੁਸ਼ਕਲਾਂ ਤੁਹਾਨੂੰ ਕੀ ਲੱਗਦਾ ਵੀ ਵੱਧ ਗਈਆਂ ਜੇ ਸੁਮੇਧ ਸਿੰਘ ਸੈਣੀ ਨੂੰ ਉਹ ਫੇਵਰ ਕਰਨਾ ਚਾਹਣ ਤਾਂ? ਦੇਖੋ, SIT ਦੀ ਕ੍ਰੈਡੀਬਿਲਿਟੀ ਤੇ ਮੈਂ ਇਸ ਸਟੇਜ ਤੇ ਸਵਾਲ ਨਹੀਂ ਚੁੱਕ ਸਕਦਾ। ਉਹਦਾ ਕਾਰਨ ਇਹ ਹੈ, ਮੇਰੇ ਕੋਲ ਨਾ ਉਹਨਾਂ ਦੀਆਂ ਤਫਤੀਸ਼ ਦੀਆਂ ਡਿਟੇਲਸ ਹੈ ਜਿਹਦੇ ਨੂੰ ਲੈ ਕੇ ਮੈਂ ਕਹਾਂ ਜੀ ਉਹ ਸਹੀ ਨੇ ਜਾਂ ਗਲਤ ਨੇ ਜਾਂ ਉਹਨਾਂ ਨੇ ਕੀ ਕੀਤਾ। ਦੂਜੀ ਗੱਲ, ਨਾ ਮੈਨੂੰ ਇਹੋ ਜਿਹਾ ਕੁਝ ਹੈ ਜਿਹਦੇ ਕਰਕੇ ਮੈਂ ਕਹਾਂ ਕਿ ਉਹਨਾਂ ਨੇ ਕਿਤੇ ਕੇਸ ਨੂੰ ਖਰਾਬ ਕੀਤਾ। ਜੇ ਉਹਨਾਂ ਨੇ FIR 302 ਨਹੀਂ ਲਾਈ, ਜਦੋਂ ਇਹਨਾਂ ਲੋਕਾਂ ਦੇ ਬਿਆਨ ਹੋ ਗਏ, ਭਾਵੇਂ ਹੁਣ ਤੁਹਾਡੀ ਚੈਨਲ ਦੇ ਉੱਤੇ ਤੁਸੀਂ ਸ਼ੋਅ ਕੀਤਾ ਪਿਛਲੀ ਵਾਰੀ, ਤੁਸੀਂ ਮੈਨੂੰ ਸਪੈਸੀਫਿਕ ਕੁਐਸਚਨ ਪੁੱਟ ਕੀਤਾ ਕਿ 302 ਕਿਉਂ ਨਹੀਂ ਲੱਗ ਰਹੀ। ਮੇਬੀ ਤੁਹਾਡੇ ਦਰਸ਼ਕਾਂ ਦਾ ਪ੍ਰੈਸ਼ਰ ਹੋਵੇ ਕਿ 302 ਐਡ ਹੋ ਗਈ, ਕਿਉਂਕਿ ਉਸ ਚੀਜ਼ 'ਤੇ ਕਮੈਂਟਸ ਵੀ ਬਹੁਤ ਆਏ, ਬਹੁਤ ਲੋਕਾਂ ਨੇ ਉਹ ਵਿਊਅਰਸ਼ਿਪ ਦੇ ਵਿੱਚ ਕਿਹਾ ਕਿ ਅੱਛਾ ਕਿਉਂ ਨਹੀਂ ਐਡ ਕਰ ਰਹੇ। ਸੋ ਉਹ ਕੀ ਕਾਰਨ ਹੋਇਆ, ਰੱਬ ਦੀ ਮਿਹਰ ਰਹੀ, 302 ਦੇ ਲਈ ਉਹਨਾਂ ਨੂੰ ਐਪਲੀਕੇਸ਼ਨ ਲਾਉਣੀ ਪਈ। ਸੋ ਇਸ ਸਟੇਜ 'ਤੇ ਬਜਾਏ ਇਹਦੇ ਕਿ ਮੈਂ SIT ਨੂੰ ਕੁਐਸਚਨ ਕਰਾਂ, ਮੈਂ ਕੇਸ ਨੂੰ ਅੰਜਾਮ ਵੱਲ ਲਿਜਾਣ 'ਤੇ ਫੋਕਸ ਕਰ ਰਿਹਾ ਕਿ ਮੈਂ ਐਜ਼ ਅ ਲਾਇਰ ਆਪਣਾ ਰੋਲ ਪਲੇ ਕਰਕੇ ਜੋ ਵੀ ਕਮੀਆਂ ਜਾਂ ਲੂਪਹੋਲ ਸੈਣੀ ਇਨਵੋਕ ਕਰਦਾ ਉਹਨਾਂ ਨੂੰ ਪਲੱਗ ਕਰਾਂ ਔਰ ਕੇਸ ਨੂੰ ਅੰਜਾਮ ਤੱਕ ਪਹੁੰਚਾਵਾਂ, ਸੁਮੇਧ ਸਿੰਘ ਸੈਣੀ ਨੂੰ ਉਹਦੇ ਪਾਪਾਂ ਦੀ ਸਜ਼ਾ ਦਿਵਾਵਾਂ। ਮੇਰਾ ਫੋਕਸ ਉਸ ਪਾਸੇ ਹੈ, ਨਾ ਕਿ SIT ਦੀ ਅਸੈਸਮੈਂਟ। ਆ ਜਿਹੜਾ ਇੰਗਲਿਸ਼ 'ਚ ਸਾਨੂੰ ਨੋਟ ਦਿੱਤਾ ਹੈ ਵਿਰਕ ਸਾਹਿਬ ਨੇ, ਮੈਂ ਉਹ ਤੁਹਾਨੂੰ ਪੰਜਾਬੀ 'ਚ ਕਰ ਦਿੰਦਾ। ਉਹ ਥੋੜ੍ਹੀ ਜਿਹੀ ਲੈਂਗੁਏਜ ਜਿਹੜੀ ਹੋਏਗੀ ਉਹ ਥੋੜ੍ਹੀ ਜਿਹੀ ਪੰਜਾਬੀ ਦੇ ਵਿੱਚ ਰਫ ਹੋਏਗੀ, ਕਿਉਂਕਿ ਇੰਗਲਿਸ਼ 'ਚ ਥੋੜ੍ਹੀ ਜਿਹੀ ਹੋਰ ਤਰ੍ਹਾਂ ਲਿਖਿਆ ਜਾਂਦਾ, ਪੰਜਾਬੀ 'ਚ ਬਿਲਕੁਲ ਸਿੱਧੀ ਲੈਂਗੁਏਜ ਹੈ। ਇਹਦੇ 'ਚ ਲਿਖਿਆ, ਆਈ ਸੌ ਦੈਟ ਇਨ ਰੂਮ SSP Sumedh Saini was sitting on the chair along with KIP Singh and DSP Baldev Singh Saini, Inspector Prem Malik and Satbir। ਇਹਦਾ ਮਤਲਬ ਇਹ ਹੈ ਕਿ ਜਗੀਰ ਨੇ ਕਮਰੇ ਦੇ ਵਿੱਚ ਸੁਮੇਧ ਸਿੰਘ ਸੈਣੀ, KIP ਸਿੰਘ ਤੇ ਬਲਦੇਵ ਸੈਣੀ ਨੂੰ ਤੇ ਨਾਲੇ ਸਤਬੀਰ ਨੂੰ, ਨਾਲੇ ਪ੍ਰੇਮ ਮਲਿਕ ਨੂੰ, SI ਨੂੰ ਬੈਠੇ ਦੇਖਿਆ। ਅਬਵ ਸੈਟ ਪਰਸਨਸ ਇਹ ਸਾਰੇ ਜਣੇ ਉਸ ਨੂੰ ਇੰਟੈਰੋਗੇਟ ਕਰ ਰਹੇ ਸੀ ਬਲਵੰਤ ਸਿੰਘ ਮਲਤਾਨੀ ਨੂੰ। SSP Sumedh Saini instructed the Inspector Prem Malik to shove wooden danda into his anus of ਬਲਵੰਤ ਸਿੰਘ ਮਲਤਾਨੀ। ਮਤਲਬ ਇਹ ਕਿ ਸੁਮੇਧ ਸਿੰਘ ਸੈਣੀ ਨੇ ਸਪਸ਼ਟ ਲਫ਼ਜ਼ਾਂ 'ਚ ਜੇ ਗੱਲ ਕਹੀਏ ਕਿ ਉਹਦੇ ਪਿੱਛੇ ਡੰਡਾ ਦੇਣ ਨੂੰ ਕਿਹਾ ਔਰ ਇਹ ਕਿਹਾ ਕਿ ਇਹਦੇ ਜ਼ੋਰ ਨਾਲ ਉਹਦੇ ਪਿੱਛੇ ਡੰਡਾ ਦੇ, ਬਲਵੰਤ ਸਿੰਘ ਮਲਤਾਨੀ ਦੇ ਮਲਿਕ ਨੂੰ ਕਿਹਾ ਉਹਨਾਂ ਨੇ। ਮਲਿਕ ਨੇ ਫਿਰ ਉਸ ਤੋਂ ਬਾਅਦ ਆਫਟਰ ਇੰਸਰਟਿੰਗ ਵੁਡਨ ਡੰਡਾ ਟੂ ਸਮ ਐਕਸਟੈਂਡ ਇਨਟੂ ਹਿਸ ਐਨਸ, ਅ ਕਿਕ ਵਾਸ ਗਿਵਨ ਟੂ ਦ ਅਦਰ ਸਾਈਡ ਆਫ ਡੰਡਾ ਬਾਈ ਦ ਇੰਸਪੈਕਟਰ ਮਲਿਕ। ਉਸ ਨੇ ਜਦੋਂ ਥੋੜ੍ਹਾ ਜਿਹਾ ਡੰਡਾ ਅੰਦਰ ਪਾਇਆ, ਨੈਚੁਰਲੀ ਜਦੋਂ ਅੰਦਰ ਡੰਡਾ ਗਿਆ ਹੋਣਾ, ਬਲਵੰਤ ਸਿੰਘ ਮਲਤਾਨੀ ਦੀਆਂ ਚੀਕਾਂ ਨਿਕਲੀਆਂ ਹੋਣੀਆਂ, ਉਸਨੇ ਟਾਰਚਰ ਸ਼ੁਰੂ ਹੋ ਗਿਆ। ਅਤੇ ਇਸ ਵਿੱਚ ਐਂ ਲੱਗਦਾ ਵੀ ਜਿਵੇਂ ਸੁਮੇਧ ਸਿੰਘ ਸੈਣੀ ਨੂੰ ਮਜ਼ਾ ਆਉਣ ਲੱਗ ਗਿਆ, ਉਹਦੀਆਂ ਚੀਕਾਂ ਸੁਣ ਕੇ ਉਹਨੂੰ ਮਜ਼ਾ ਆਉਣ ਲੱਗ ਗਿਆ ਵੀ ਇਹਦੇ ਹੋਰ ਡੰਡਾ ਦਿਓ। ਅਤੇ ਕਿਉਂਕਿ ਉਹ ਇੰਸਪੈਕਟਰ ਸੀ, ਉਹਨੇ ਥੱਲੇ ਜਿਹੜਾ ਮਲਿਕ ਹੈ ਉਸਨੇ ਹੋਰ ਜ਼ਿਆਦਾ ਇੰਸਰਟ ਕਰਤਾ। ਇੰਸਰਟ ਕਰਨ ਤੋਂ ਬਾਅਦ ਉਸਨੇ ਉਹਨੂੰ ਕਿਹਾ ਕਿ ਇਸ 'ਤੇ ਠੁੱਡ ਮਾਰ, ਅਤੇ ਠੁੱਡ ਮਾਰ ਕੇ ਇਹਨੂੰ ਹੋਰ ਅੰਦਰ ਕਰ ਦੇ। ਉਹਨੇ ਬਹੁਤ ਜ਼ੋਰ ਨਾਲ ਉਹਦੇ ਠੁੱਡ ਮਾਰਿਆ ਅਤੇ ਉਹ ਸਾਰਾ ਕਾਫੀ ਹਿੱਸਾ ਡੰਡਾ ਉਹਦੇ ਅੰਦਰ ਚਲਾ ਗਿਆ। ਔਰ ਅੰਦਰ ਜਾਣ ਤੋਂ ਬਾਅਦ ਉਹ ਮੁਲਤਾਨੀ ਡਿੱਗ ਪਿਆ ਔਰ ਸੀਰੀਅਸਲੀ ਇੰਜਰਡ ਹੋ ਗਿਆ ਔਰ ਉਹਦੀ ਬਲੀਡਿੰਗ ਬਹੁਤ ਬੁਰੀ ਤਰ੍ਹਾਂ ਬਲੀਡਿੰਗ ਸ਼ੁਰੂ ਹੋ ਗਈ, ਜਿਹੜੀ ਕਿ ਉਹਦੀ ਦੇਰ ਆਫਟਰ ਅਤੇ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਜਗੀਰ ਵਾਪਸ ਆਇਆ ਥਾਣੇ, ਅਤੇ ਬਲਵੰਤ ਸਿੰਘ ਮੁਲਤਾਨੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਔਰ ਉਹ ਚੀਕਾਂ ਮਾਰ ਰਿਹਾ ਸੀ ਦਰਦ ਨਾਲ ਔਰ ਅੱਧਾ ਬੇਹੋਸ਼ੀ ਦੀ ਹਾਲਤ ਸੀਗਾ ਉਹ। ਅਤੇ ਫਿਰ ਉਹ ਠੀਕ ਹੈ, ਔਰ ਫਿਰ ਉਹ ਜਦੋਂ 2 ਦਿਨ ਬਾਅਦ ਵਾਪਸ ਗਿਆ ਅਤੇ ਸੁਮੇਧ ਸਿੰਘ ਸੈਣੀ ਨੇ ਕਿਹਾ ਕਿ ਬਲਵੰਤ ਸਿੰਘ ਮੁਲਤਾਨੀ ਮਰ ਚੁੱਕਾ ਹੈ। ਤੁਸੀਂ ਹੁਣ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਬੰਦੇ ਨੂੰ ਦੂਸਰੇ ਬੰਦਿਆਂ ਨੂੰ ਮਾਰਨ ਦਾ ਅਸੀਂ ਇਹ ਕਹਿ ਸਕਦੇ ਹਾਂ ਵੀ ਸ਼ੌਕ ਸੀ, ਜਾਂ ਇਹਦੇ ਦਿਮਾਗ ਨੂੰ ਇਹਦੀ ਵਰਦੀ ਦੀ ਤਾਕਤ ਚੜ੍ਹੀ ਹੋਈ ਸੀ। ਇਹਦੇ ਕੋਲ ਸਿਰਫ ਔਰ ਸਿਰਫ ਵਰਦੀ ਦੀ ਤਾਕਤ ਸੀਗੀ। ਅੱਜ ਇਹਦੇ ਕੋਲ ਨਾ ਤਾਂ ਵਰਦੀ ਹੈ ਅਤੇ ਨਾ ਉਹ ਤਾਕਤ ਹੈ।
ਅੱਜ ਇਹ ਬੁਖਲਾਇਆ ਫਿਰ ਰਿਹਾ, ਜਿਵੇਂ ਕਹਿੰਦਾ ਵੀ ਕਦੀ ਪੰਜਾਬ ਪੁਲਿਸ ਠੀਕ ਨਹੀਂ ਹੈ ਤੇ ਕਦੀ CBI ਠੀਕ ਨਹੀਂ ਹੈ। ਇਹ ਆਪ ਹੀ ਨਹੀਂ ਦੱਸ ਪਾ ਰਿਹਾ ਵੀ ਇਹ ਕਿਸ ਤੋਂ ਇਨਵੈਸਟੀਗੇਸ਼ਨ ਕਰਾਉਣਾ ਚਾਹੁੰਦਾ, ਵੀ ਪੰਜਾਬ ਪੁਲਿਸ ਤੋਂ ਕਿ CBI ਤੋਂ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਜ਼ਿਆਦਾ ਇਸ ਬੰਦੇ ਨੇ ਬਲਵੰਤ ਸਿੰਘ ਮੁਲਤਾਨੀ ਤੇ ਤਸ਼ੱਦਦ ਕੀਤੀ ਤੇ ਹੋਰਨਾਂ ਤੇ ਵੀ ਕੀਤੀ ਹੋਏਗੀ ਜਿਹੜੇ ਕੇਸ ਬਾਹਰ ਨਹੀਂ ਆਏ। ਇਹ ਹੁਣ ਆਉਣ ਵਾਲਾ ਵਕਤ ਦੱਸੇਗਾ ਕਿ SIT ਜਿਹੜੀ ਹੈਗੀ ਹੈ ਉਹ ਕਦੋਂ ਤੱਕ ਇਹਨੂੰ ਅਰੈਸਟ ਕਰਦੀ ਹੈ, ਅਰੈਸਟ ਕਰਕੇ ਇਹਨੂੰ ਇਹਦੀ ਇੰਟੈਰੋਗੇਸ਼ਨ ਕਦ ਤੱਕ ਕਰਦੀ ਹੈ, ਔਰ ਇਹ ਵੀ ਦੇਖਣ ਵਾਲਾ ਹੋਏਗਾ ਕਿ ਹੁਣ ਇਹ ਕੀ ਨਵੀਂ ਚਾਲ ਚੱਲਦਾ ਹੈ ਬਚਣ ਵਾਸਤੇ ਸੁਮੇਧ ਸਿੰਘ ਸੈਣੀ। ਕਿਉਂਕਿ ਪੰਜਾਬ ਦੇ ਲੋਕ ਜਿੰਨੇ ਸਾਨੂੰ ਕਮੈਂਟਸ ਆ ਰਹੇ ਨੇ ਸਭ ਉਹ ਚਾਹ ਰਹੇ ਨੇ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਇਨਸਾਫ ਮਿਲੇ, और इंसाफ च वो चाहते हैं भी सुमेध सिंह सैनी को अरेस्ट किया जाए। नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।